ਸ਼੍ਰੀ ਅਕਾਲ ਆਦਾਬ। मैं ਤੁਹਾਡਾ ਆਪਣਾ ਦੋਸਤ ਕੁਲਦੀਪ ਚਰਾਗ। ਤੁਸੀਂ ਜੁੜੇ ਹੋ TN TV ਚੈਨਲ ਦੇ ਨਾਲ। ਤੇ ਦੋਸਤੋ ਤੁਹਾਡਾ ਪਸੰਦੀਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਕਾਨੂੰਨੀ ਮਸ਼ਵਰੇ। ਤੇ ਅੱਜ ਗੱਲ ਕਰਾਂਗੇ ਵਿਵਾਹਿਕ ਮਸਲਿਆਂ ਉੱਪਰ ਕਾਨੂੰਨੀ ਮਸ਼ਵਰੇ। ਤੇ ਅੱਜ ਸਾਡੇ ਸਟੂਡੀਓ 'ਚ ਬਰਾਜਮਾਨ ਨੇ ਵਕੀਲ ਅਮਿਤ ਰਾਏ ਜੀ, ਜ਼ਿਲ੍ਹਾ ਕਚਹਿਰੀ ਲੁਧਿਆਣਾ। ਵਕੀਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਮੈਂ ਆਪ ਜੀ ਦਾ ਬਹੁਤ ਸ਼ੁਕਰੀਆ ਕਰਦਾ ਕਿ TN TV ਨੇ ਮੈਨੂੰ ਮੌਕਾ ਦਿੱਤਾ ਆਪ ਜੀ ਦੇ ਮੰਚ ਰਾਹੀਂ ਦਰਸ਼ਕਾਂ ਨਾਲ ਰੂਬਰੂ ਹੋਣ ਦਾ। ਤੇ ਆਪ ਜੀ ਦੇ ਚੈਨਲ ਰਾਹੀਂ ਮੈਂ ਦਰਸ਼ਕਾਂ ਨੂੰ ਮੇਰੇ ਵੱਲੋਂ ਰਾਮ ਸਤਿ ਸ਼੍ਰੀ ਅਕਾਲ ਜੀ। ਅਮਿਤ ਜੀ, ਅੱਜ ਆਪਾਂ ਗੱਲ ਕਰਨੀ ਹੈ ਵਿਵਾਹਕ ਮਸਲਿਆਂ ਤੇ ਮੈਂ ਚਾਹੁੰਦਾ ਵਿਵਾਹਕ ਮਸਲਿਆਂ ਉੱਪਰ ਅਕਸਰ ਬਹੁਤ ਸਾਰੀਆਂ ਡਿਬੇਟਸ, ਬਹੁਤ ਸਾਰੇ ਸਾਨੂੰ ਸਲਾਹਾਂ ਆਈਆਂ YouTube ਦੇ ਉੱਪਰ ਜਾਂ TV ਚੈਨਲ ਉੱਪਰ ਦੇਖਣ ਨੂੰ ਮਿਲ ਜਾਂਦੀਆਂ, ਅਖਬਾਰਾਂ 'ਚ ਪੜ੍ਹਨ ਨੂੰ ਮਿਲ ਜਾਂਦੀਆਂ, ਔਰ ਇੱਥੇ ਡਿਬੇਟ ਵੀ ਹੁੰਦੇ, ਗੋਸ਼ਟੀਆਂ ਵੀ ਹੁੰਦੀਆਂ। ਤੇ ਮੈਂ ਚਾਹੁੰਦਾ ਵਿਵਾਹਿਕ ਮਸਲਿਆਂ ਉੱਪਰ ਆਦਮੀਆਂ ਦੇ ਕੀ ਅਧਿਕਾਰ ਆ, ਅਸੀਂ ਇਸ ਐਂਗਲ ਤੋਂ ਅੱਜ ਗੱਲ ਕਰੀਏ। ਕਿਉਂਕਿ ਮੈਂ ਅਕਸਰ ਕਹਿੰਦੇ ਹੁੰਦੇ ਮਹਿਫਿਲ 'ਚ ਕਿ ਅੱਜ ਤੱਕ ਜਿੰਨੀਆਂ ਵੀ ਜੰਗਾਂ ਹੋਈਆਂ ਉਹ ਔਰਤਾਂ ਕਰਕੇ ਹੋਈਆਂ, ਪਰ ਕਿੰਨੀਆਂ ਆਦਮੀਆਂ ਨੇ, ਕਿਤੇ ਆਦਮੀ ਵਿਚਾਰਾ ਹੈ ਨਾ, ਕਾਫੀ ਸ਼ਬਦਾਂ ਨਾਲ ਪ੍ਰੋਨਾਂਸ ਕੀਤਾ ਜਾਂਦਾ। ਤੇ ਪਰ ਮੈਂ ਕਹਿੰਦਾ ਅਸੀਂ ਚਲੋ ਮਤਲਬ ਇਸ ਮਾਧਿਅਮ ਦੋਨਾਂ ਨੂੰ ਅਸੀਂ ਬਰਾਬਰ ਲੈ ਕੇ ਚੱਲਦੇ ਹਾਂ, ਪਰ ਗੱਲ ਕਰਾਂਗੇ ਆਪਾਂ ਆਦਮੀਆਂ ਦੇ ਅਧਿਕਾਰਾਂ ਬਾਰੇ। ਬਿਲਕੁਲ ਜੀ। ਮਸਲਿਆਂ 'ਚ ਆਦਮੀਆਂ ਦੇ ਕੀ ਅਧਿਕਾਰ? ਤੁਹਾਡਾ ਕੁਐਸਚਨ ਵੀ ਬੜਾ ਵਧੀਆ ਵਾ, ਅੱਜ ਦੇ ਸਮੇਂ ਲਈ ਬਹੁਤ ਵਧੀਆ, ਕਿਉਂਕਿ ਜਿੰਨੀਆਂ ਸਲਾਹਾਂ ਦੇਖੀਆਂ ਜਾ ਰਹੀਆਂ ਜਾਂ ਜਿੰਨੇ ਲੋਕਾਂ ਦੀ ਨਿਗਾਹ ਦੇ ਵਿੱਚ ਆ ਵੀ ਐਕਟ ਬਣ ਰਹੇ ਨੇ ਔਰਤਾਂ ਦੀ ਫੇਵਰ 'ਚ ਨੇ, ਪਰ ਇਹ ਗਲਤ ਗੱਲ ਆ। ਇਹ ਲੋਕਾਂ ਦੇ ਵਿੱਚ ਗਲਤ ਧਾਰਨਾ ਵੀ ਸਿਰਫ ਔਰਤਾਂ। ਦੇਖੋ ਜੀ, ਕੋਰਟ ਦੀ ਨਿਗਾਹ ਦੇ ਵਿੱਚ, ਜੁਡੀਸ਼ਰੀ ਦੀ ਨਿਗਾਹ ਦੇ ਵਿੱਚ ਜੀ ਆਦਮੀ ਔਰਤ ਸਭ ਇਕੁਅਲ ਨੇ, ਕੋਈ ਵੱਖਰਾ ਨਹੀਂ। ਇਹ ਵੀ ਨਹੀਂ ਵੀ ਔਰਤਾਂ ਨੂੰ ਜ਼ਿਆਦਾ ਕਾਨੂੰਨ ਮਿਲੇ ਹੋਏ ਨੇ, ਨਹੀਂ ਜੀ, ਆਦਮੀਆਂ ਨੂੰ ਵੀ ਕਾਨੂੰਨ ਨੇ। ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਵੀ ਆਦਮੀਆਂ ਦੇ ਕੀ ਅਧਿਕਾਰ ਹਨ ਵਿਵਾਹਿਕ ਮਸਲਿਆਂ ਦੇ ਉੱਪਰ, ਵਿਵਾਹਿਕ ਮਸਲਿਆਂ ਦੇ ਉੱਪਰ ਜਿਵੇਂ ਮੰਨ ਲਓ ਘਰੇਲੂ ਉਤਪੀੜਨ ਦੇ ਉੱਪਰ, ਜੇ ਔਰਤ ਆਦਮੀ ਨੂੰ ਤੰਗ ਕਰ ਰਹੀ ਆ ਤਾਂ ਆਦਮੀਆਂ ਕੋਲ ਵੀ ਹੱਕ ਆ ਉਹਦੇ ਅਗੇਂਸਟ ਕੋਰਟ ਜਾਣ ਦਾ, ਉਹਦੇ ਅਗੇਂਸਟ ਆਪਣਾ ਕਾਨੂੰਨੀ ਅਧਿਕਾਰ ਇਸਤੇਮਾਲ ਕਰਨ ਦੀ ਰੈਮੇਡੀ ਉਹਦੇ ਕੋਲ ਵੀ ਹੈਗੀ ਆ। ਤੇ ਇਹ ਨਹੀਂ ਹੈ ਵੀ ਸਿਰਫ ਔਰਤਾਂ ਕੋਲ ਹੀ ਅਧਿਕਾਰ ਹਨ, ਇਹ ਸਮੇਂ ਦੀ ਮੰਗ ਵੀ ਆ ਵੀ ਆਦਮੀਆਂ ਨੂੰ ਇਹਨਾਂ ਚੀਜ਼ਾਂ ਤੋਂ ਜਾਣੂ ਹੋਵੇ। ਕਿਉਂਕਿ ਅੱਜ ਕੱਲ੍ਹ ਜਿੱਥੇ ਦੇਖੋ ਇਹੀ ਦਿਖਦਾ ਵੀ ਵੂਮਨ ਸੈੱਲ, ਕਿਤੇ ਮੈਨ ਸੈੱਲ ਨਹੀਂ ਦੇਖਿਆ ਹੋਣਾ ਤੁਸੀਂ। ਬਿਲਕੁਲ ਠੀਕ ਹੈ ਜੀ। ਤੇ ਉਸੇ ਤਰ੍ਹਾਂ ਪਿੱਛੇ ਜੇ ਤੁਸੀਂ ਦਿੱਲੀ ਵਾਲੇ ਮੈਟਰ ਦੇਖੇ ਹੋਣੇ ਆ ਵੀ ਉਹ ਕੁੜੀ ਨੇ ਥੱਪੜ ਮਾਰਿਆ ਤੇ ਬਹੁਤ ਮਹਿਲਾ ਕਮਿਸ਼ਨ ਵੀ ਆਪਣੇ ਇੱਥੇ ਬਹੁਤ ਜ਼ਿਆਦਾ ਚੱਲ ਰਿਹਾ, ਪਰ ਬੰਦੇ ਬੜੇ ਨਿਰਾਸ਼ ਹੋ ਜਾਂਦੇ ਆ ਵੀ ਯਾਰ ਸਾਡਾ ਕੋਈ ਸੈੱਲ ਨਹੀਂ, ਸਾਡਾ ਕੁਛ ਨਹੀਂ ਹੈ। ਤੇ ਆਦਮੀਆਂ ਕੋਲ ਵੀ ਬਹੁਤ ਅਧਿਕਾਰ ਨੇ ਜੀ। ਗੱਲ ਚੱਲਦੀ ਸੀ ਅਮਿਤ ਜੀ ਵੂਮਨ ਸੈੱਲ ਦੀ, ਮਹਿਲਾ ਥਾਣਾ। ਤੇ ਮੇਰਾ ਸਵਾਲ ਇਹ ਹੈ ਕਿ ਮਹਿਲਾ ਥਾਣਾ ਸਿਰਫ ਮਹਿਲਾਵਾਂ ਲਈ ਹੈ ਜਾਂ ਮਹਿਲਾ ਥਾਣਾ ਆਦਮੀਆਂ ਲਈ ਵੀ ਹੈ? ਮਤਲਬ ਆਦਮੀ ਦੀ ਵੀ ਸੁਣਵਾਈ ਹੈ ਕਿ ਉੱਥੇ? ਬਿਲਕੁਲ ਜੀ। ਦੇਖੋ, ਮੈਂ ਪਹਿਲਾਂ ਵੀ ਜਿਵੇਂ ਤੁਹਾਨੂੰ ਕਿਹਾ ਵੀ ਹਰ ਕੋਈ ਕਾਨੂੰਨ ਦੀ ਨਿਗਾਹ ਦੇ ਵਿੱਚ ਇੱਕ ਹੈ। ਠੀਕ ਹੈ ਜੀ, ਚਾਹੇ ਉਹ ਔਰਤ ਹੈ, ਚਾਹੇ ਉਹ ਆਦਮੀ ਹੈ, ਚਾਹੇ ਉਹ ਥਰਡ ਜੈਂਡਰ ਹੈ, ਸਾਰਿਆਂ ਲਈ ਕਾਨੂੰਨ ਇੱਕ ਸਮਾਨ ਹੈ ਤੇ ਕਾਨੂੰਨ ਲਈ ਵੀ ਸਾਰੇ ਇੱਕ ਸਮਾਨ ਹਨ। ਠੀਕ ਹੈ ਜੀ। ਜਿਵੇਂ ਤੁਹਾਡਾ ਮੈਨੂੰ ਸਵਾਲ ਹੈ ਕਿ ਵੂਮਨ ਸੈੱਲ ਇਹ ਸਿਰਫ ਔਰਤਾਂ ਲਈ ਹੈ ਕਿ ਆਦਮੀਆਂ ਲਈ ਵੀ ਹੈ? ਦੇਖੋ ਜੀ, ਆਦਮੀਆਂ ਲਈ ਵੀ ਹੈ, ਕਿਉਂਕਿ ਜੇ ਹੁਣ ਇਹ ਤਾਂ ਹੈ ਨਹੀਂ ਵੀ ਉਹ ਸਿਰਫ ਮਹਿਲਾਵਾਂ ਲਈ ਵਿੰਗ ਬਣਾਤਾ ਹੋਇਆ, ਪਰ ਕਿਤੇ ਮਹਿਲਾ ਵੀ ਆਦਮੀਆਂ ਨੂੰ ਪਰੇਸ਼ਾਨ ਕਰਦੀ ਹੈ ਤਾਂ ਆਦਮੀ ਵੀ ਅਪਰੋਚ ਕਰ ਸਕਦਾ। ਮੈਂ ਆਪਣੇ ਨਿਗਾਹ ਦੇ ਵਿੱਚ ਦੇਖਿਆ ਵਾ ਵੀ ਅਸੀਂ ਬੜੀਆਂ ਕੰਪਲੇਂਟਸ ਵੂਮਨ ਸੈੱਲ ਨੂੰ ਦਿੱਤੀਆਂ, ਜਿਨ੍ਹਾਂ ਦੀ ਸੁਣਵਾਈ ਵੀ ਹੋਈ ਆ, ਜਿਨ੍ਹਾਂ ਦੇ ਮੈਟਰ ਕੈਚਅਪ ਵੀ ਹੋਏ ਨੇ। ਤੇ ਜੇ ਮੰਨ ਲਓ ਹੁਣ ਜ਼ਿਆਦਾਤਰ ਕੀ ਦਿੱਕਤ ਹੁੰਦੀ ਆ ਵੀ ਆਦਮੀਆਂ ਨੂੰ ਕੀ ਦਿੱਕਤ ਹੁੰਦੀ ਹੈ ਜੀ, ਯਾਰ ਮੇਰੀ ਘਰ ਵਾਲੀ ਸਹੀ ਆ, ਮਾਂ ਪਿਓ ਉਹਦੇ ਨਹੀਂ ਹਟਦੇ, ਵਿੱਚ ਇੰਟਰਫੇਅਰ ਕਰਦੇ ਨੇ। ਮੰਨ ਲਓ ਮਾਂ ਇੰਟਰਫੇਅਰ ਕਰਦੀ ਹੈ, ਸੱਸ ਦੀ ਇੰਟਰਫੇਅਰੈਂਸ ਜ਼ਿਆਦਾ ਜੀ, ਤਾਂ ਉਹ ਸੱਸ ਦੀ ਕੰਪਲੇਂਟ ਕਰ ਦਿਓ ਵੂਮਨ ਸੈੱਲ 'ਚ ਜਾ ਕੇ। ਜਿਵੇਂ ਤੁਸੀਂ ਪਿੱਛੇ ਵੀ ਦੇਖਿਆ ਹੀ ਸੀਗਾ ਵੀ ਇੱਕ ਨਾਮਵਰ ਸਿੰਗਰ ਦਾ ਵੀ ਘਰੇਲੂ ਵਿਵਾਦ ਹੋਇਆ ਸੀ। ਉਸ ਵਿਵਾਦ ਦੇ ਉੱਪਰ ਵੀ ਕਿ ਜੋ ਵੀ ਮਹਿਲਾ ਕਮਿਸ਼ਨ ਸੀ, ਮਹਿਲਾ ਕਮਿਸ਼ਨ ਨੇ ਇਕੱਲੀ ਉਹਦੀ ਵਾਈਫ ਦੀ ਸੁਣਵਾਈ ਨਹੀਂ ਕੀਤੀ, ਉਸ ਨਾਮਵਰ ਸਿੰਗਰ ਦੀ ਵੀ ਸੁਣਵਾਈ ਕੀਤੀ। ਸਿੰਗਰ ਨੂੰ ਜਿਵੇਂ ਇੱਕ ਆਪੱਤੀ ਸੀ ਵੀ ਉਹਦੀ ਵਾਈਫ ਦੇ ਘਰਦਿਆਂ ਵੱਲੋਂ ਇੰਟਰਫੇਰੈਂਸ ਸੀ ਜਾਂ ਸਾਲੀਆਂ ਵੱਲੋਂ ਇੰਟਰਫੇਰੈਂਸ ਸੀਗੀ, ਤਾਂ ਉੱਥੇ ਸੁਣਵਾਈ ਉਸ ਨਾਮਵਰ ਸਿੰਗਰ ਦੀ ਵੀ ਹੋਈ। ਇਸ ਕਰਕੇ ਜਿਹੜਾ ਚਾਹੇ ਵੂਮਨ ਸੈੱਲ ਆ, ਚਾਹੇ ਬੱਚਿਆਂ ਦਾ ਸੈੱਲ ਆ, ਸਰਕਾਰ ਤਾਂ ਸਾਰਿਆਂ ਲਈ ਬਣੀ ਹੈ ਜੀ। ਜੇ ਕੱਲ੍ਹ ਨੂੰ ਤੁਹਾਡੇ ਸਾਹਮਣੇ ਕੋਈ ਗਲਤ ਚੀਜ਼ ਹੁੰਦੀ ਆ ਤਾਂ ਤੁਸੀਂ ਵੀ ਉਸ ਚੀਜ਼ ਦੀ ਆਵਾਜ਼ ਚੱਕ ਸਕਦੇ ਹੋ, ਤੁਸੀਂ ਵੀ ਕਾਨੂੰਨ ਦਾ ਸਾਥ ਦੇ ਸਕਦੇ ਹੋ। ਤਾਂ ਇਹ ਮਹਿਲਾ ਜਿਹੜਾ ਥਾਣਾ ਵਾ ਉੱਥੇ ਆਦਮੀ ਵੀ ਕੰਪਲੇਂਟ ਦੇ ਸਕਦੇ ਆ, ਜਿਵੇਂ ਕਿ ਉਹਨਾਂ ਨੂੰ ਪ੍ਰੋਬਲਮ ਹੈ
ਕਿ ਮੇਰੀ ਜੀ ਸੱਸ ਪਰੇਸ਼ਾਨ ਕਰਦੀ ਹੈ, ਮੇਰੀ ਜੀ ਸਾਲੀ ਪਰੇਸ਼ਾਨ ਕਰਦੀ ਹੈ, ਤਾਂ ਉਹ ਵੀ ਉਹਨਾਂ ਦੀ ਕੰਪਲੇਂਟ ਉੱਥੇ ਦੇ ਸਕਦੇ ਨੇ। ਮਹਿਲਾ ਥਾਣੇ ਵਿੱਚ ਪੁਲਿਸ ਵੀ ਆਪਣੀ ਗੱਲ ਰੱਖ ਸਕਦੇ ਆ ਤੇ ਉਹਦਾ ਵਾਜਬ ਜਿਹੜੀ ਸਲਾਹ, ਵਾਜਬ ਦਾ ਜਿਹੜਾ ਜੱਜਮੈਂਟ ਲੈ ਸਕਦੇ ਆ। ਬਿਲਕੁਲ ਜੀ, ਬਿਲਕੁਲ ਆਪਣਾ ਪੱਖ ਰੱਖ ਸਕਦੇ ਕਿ ਸਰ ਇੱਕ ਹੋਰ ਚੀਜ਼ ਹੈ ਕਿ ਆਮ ਤੌਰ ਤੇ ਕੇਸ ਜ਼ਿਆਦਾਤਰ ਹੁੰਦੇ ਆ ਉਹ ਦਹੇਜ ਦੇ ਕੇਸ ਹੁੰਦੇ ਆ, ਤੇ ਇਹ ਵੀ ਦੇਖਿਆ ਗਿਆ ਕਿ ਉਹ ਕੇਸ ਜ਼ਿਆਦਾਤਰ ਝੂਠੇ ਹੁੰਦੇ ਆ। ਤੁਹਾਡਾ ਕੀ ਮੰਨਣਾ, ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਇਸ ਬਾਰੇ? ਦੇਖੋ ਜੀ, ਵੈਸੇ ਵੀ ਜੋ ਪਿੱਛੇ ਜੇ ਸਰਵੇ ਹੋਇਆ ਸੀਗਾ, ਪਤਾ ਚੱਲਿਆ ਸੀ ਵੀ 10,000 ਕੇਸ ਜੀ ਡੌਰੀ ਦੇ 498 ਦੇ ਬਰੀ ਹੋਣ ਕਰਕੇ ਝੂਠੇ ਹੀ ਪਾਏ ਗਏ, ਜਾਂ ਉਹਨਾਂ ਨੂੰ ਝੂਠੇ ਕਹਿ ਲਓ ਜਾਂ ਜੋ ਵੀ ਕਹਿ ਲਓ। 10,000 ਕੇਸ ਦੀ ਐਵਰੇਜ ਕੱਢੀ ਸੀ ਜੀ। ਤੇ ਇੱਕ ਜਜਮੈਂਟ ਵੀ ਪਿੱਛੇ ਜੇ ਕੋਰਟ ਨੇ ਦਿੱਤੀ ਹੈ ਵੀ ਜਿਵੇਂ ਤੁਸੀਂ ਡਾਈਵੋਰਸ ਝੂਠਾ ਫਾਈਲ ਕਰਦੇ ਹੋ ਤਾਂ 15,000 ਦੀ ਕੋਸਟ ਵੀ ਪਾਈ ਸੀ ਉਸ ਬੰਦੇ ਨੂੰ ਜੀ। ਠੀਕ ਹੈ ਜੀ, ਉਹ ਜਜਮੈਂਟ ਮੇਰੇ ਮਾਈਂਡ 'ਚ ਨਹੀਂ ਆ ਰਹੀ, ਬਟ ਉਹ ਜਜਮੈਂਟ ਹੈ ਜੀ। ਵੈਸੇ ਵੀ ਜੇ ਮੰਨ ਲਓ ਹੁਣ ਝੂਠੇ ਦੀ ਗੱਲ ਤੁਸੀਂ ਕੀਤੀ ਹੈ ਤਾਂ ਮੈਂ ਕੁਲਦੀਪ ਜੀ ਤੁਹਾਨੂੰ ਝੂਠੇ ਦੀ ਇੱਕ ਚੀਜ਼ ਦੱਸਣੀ ਚਾਹੂੰਗਾ। ਕੋਰਟ ਦੇ ਵਿੱਚ ਝੂਠ ਜ਼ਿਆਦਾ ਦੇਰ ਨਹੀਂ ਚੱਲਦਾ। ਝੂਠ ਕਹਿੰਦੇ ਆ ਨਾ, ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ, ਤਾਂ ਝੂਠ ਦਾ ਵੀ ਜਿਹੜਾ ਸਮਾਂ ਬਹੁਤ ਘੱਟ ਹੁੰਦਾ ਜੀ। ਕਾਨੂੰਨ ਦੇ ਵਿੱਚ ਉਹਦੀਆਂ ਰੈਮਡੀਜ਼ ਵੀ ਹੈਗੀਆਂ ਨੇ। ਮੰਨ ਲੈਂਦੇ ਆ ਵੀ ਅਸੀਂ 406/98 ਦੀ ਝੂਠੀ ਕੰਪਲੇਂਟ ਪੁਲਿਸ ਕੋਲੇ ਕਰਤੀ ਤੇ ਪੁਲਿਸ ਨੇ ਕੋਈ ਵੀ ਕਰਤੀ, ਆਪਾਂ ਪੁਲਿਸ ਕੋਲੇ ਜਾ ਕੇ ਕੰਪਲੇਂਟ ਤੇ ਪੁਲਿਸ ਨੇ ਉਹਦੀ ਇਨਵੈਸਟੀਗੇਸ਼ਨ ਕੀਤੀ ਜੀ। ਪੁਲਿਸ ਨੂੰ ਉਹ ਲੱਗਿਆ ਵੀ ਯਾਰ ਵੀ ਇਹ ਤਾਂ ਝੂਠ ਆ, ਆਂਢ ਗੁਆਂਢ ਤੋਂ ਪਤਾ ਕੀਤਾ, ਜੋ ਵੀ ਦੇਖਿਆ ਪੁਲਿਸ ਦੀ ਨਿਗਾਹ ਦੇ ਵਿੱਚ ਫਸਟ ਇੰਸਟੈਂਸ ਦੇ ਵਿੱਚ ਉਹ ਝੂਠੀ ਪਾਈ ਗਈ, ਤਾਂ ਪੁਲਿਸ ਕੋਲੇ ਪੂਰੀ ਰੈਮਡੀ ਆ, ਐਸਐਸਪੀ ਸਾਹਿਬ, ਕਮਿਸ਼ਨਰ ਸਾਹਿਬ ਕੋਲੇ ਪੂਰੀ ਰੈਮਡੀ ਆ ਕਿ 182 ਦਾ ਸੀਆਰਪੀਸੀ ਦਾ ਕਲੰਦਰਾ ਉਹਦੇ ਅਗੇਂਸਟ ਦੇਣਾ। ਦੂਸਰੀ ਗੱਲ, ਝੂਠ ਬੋਲਣ ਦੀ ਕੋਰਟ ਦੇ ਵਿੱਚ, ਜੇ ਮੰਨ ਲਓ ਕੋਈ ਕੋਰਟ ਦੇ ਵਿੱਚ ਝੂਠਾ ਐਫੀਡੇਵਿਟ ਫਾਈਲ ਕਰਦਾ, ਝੂਠੇ ਬਿਆਨ ਦਿੰਦਾ, ਝੂਠੀ ਗਵਾਹੀ ਦਿੰਦਾ, ਝੂਠੇ ਐਫੀਡੇਵਿਟ ਫਾਈਲ ਕਰਦਾ, ਤਾਂ ਸੀਆਰਪੀਸੀ 340 ਦੇ ਅੰਡਰ 10 ਸਾਲ ਦੀ ਸਜ਼ਾ ਜੀ ਉਹਨੂੰ। ਤੇ ਇਹ ਲੋਕਾਂ ਨੂੰ ਪਤਾ ਨਹੀਂ ਹੁੰਦਾ, ਕਈ ਵਾਰੀ ਕੀ ਹੁੰਦਾ ਕਿ ਛੋਟੇ ਛੋਟੇ ਮੁੱਦਿਆਂ ਤੇ ਔਰਤਾਂ ਕੋਰਟ ਪਹੁੰਚ ਜਾਂਦੀਆਂ, ਆਦਮੀ ਕੋਰਟ ਪਹੁੰਚ ਜਾਂਦੇ ਨੇ, ਜਦ ਕਿ ਇਹ ਉੱਥੇ ਜਾ ਕੇ ਕੋਈ ਝੂਠ ਬੋਲਣ ਲੱਗ ਜਾ ਰਿਹਾ, ਦੇਖੋ ਵਕੀਲ ਨੇ ਤਾਂ ਉਹ ਕੰਮ ਕਰਨਾ ਜੋ ਤੁਸੀਂ ਦੱਸਿਆ, ਠੀਕ ਹੈ ਜੀ। ਹੁਣ ਤੁਸੀਂ ਝੂਠ ਬੋਲਿਆ ਕਿ ਸੱਚ ਬੋਲਿਆ, ਵਕੀਲ ਸਾਹਿਬ ਤਾਂ ਘਰੇ ਗਏ ਨਹੀਂ, ਤੁਸੀਂ ਆਪਣਾ ਪੱਖ ਦੱਸਤਾ, ਵਕੀਲ ਸਾਹਿਬ ਨੇ ਲਿਖਤਾ, ਵਕੀਲ ਸਾਹਿਬ ਨੇ ਤਾਂ ਤੁਹਾਨੂੰ ਰਿਪਰੈਜ਼ੈਂਟ ਕਰਨਾ ਜੋ ਤੁਸੀਂ ਕਹਿ ਰਹੇ ਹੋ। ਹੁਣ ਉਸ ਝੂਠ ਨੂੰ ਜੇ ਦੂਸਰੀ ਪਾਰਟੀ ਨੇ ਪ੍ਰੂਵ ਕਰਤਾ ਜੀ, ਮੰਨ ਲਓ ਤੁਸੀਂ ਝੂਠ ਬੋਲਿਆ ਤੇ ਦੂਜੀ ਪਾਰਟੀ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਝੂਠ ਬੋਲਿਆ, ਤਾਂ ਉਹਨਾਂ ਕੋਲੇ ਰੈਮਡੀ ਹੈਗੀ ਆ 340 ਸੀਆਰਪੀਸੀ ਦੇ ਅੰਡਰ ਕੋਰਟ ਦੇ ਧਿਆਨ ਵਿੱਚ ਲਿਆਉਣ ਲਈ ਗਿਆ। ਦੇਖੋ ਜੀ ਇਹ ਬਿਲਕੁਲ ਝੂਠ ਬੋਲ ਰਹੇ ਨੇ, ਤਾਂ ਕੋਰਟ ਤੁਹਾਡੇ ਅਗੇਂਸਟ 340 ਦੇ ਤਹਿਤ ਕਾਰਵਾਈ ਕਰ ਸਕਦੀ ਹੈ, ਜਿਹੜੀ ਕਿ ਇਹ ਸੈਸ਼ਨ ਟ੍ਰਾਇਲ ਆ। ਵੱਡੇ ਜੱਜ ਸਾਹਿਬ, ਪੰਜਾਬੀ ਚ ਕਹਿੰਦੇ ਆ ਨਾ ਆਮ ਭਾਸ਼ਾ ਦੇ ਵਿੱਚ ਵੱਡੇ ਜੱਜ ਸਾਹਿਬ, ਲੁਧਿਆਣਾ ਸ਼ਹਿਰ ਦੇ ਵੱਡੇ ਜੱਜ ਸਾਹਿਬ ਕੋਲ ਇਹ ਕੇਸ ਚੱਲਦਾ, ਜਿਹਦੇ ਵਿੱਚ 10 ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ। ਇਸ ਕਰਕੇ ਝੂਠ ਦੇ ਜ਼ਿਆਦਾ ਦੇਰ ਖੰਭ ਨਹੀਂ ਹੁੰਦੇ, ਥੋੜੇ ਦੇਰ ਹੀ ਹੁੰਦੇ ਜੀ। ਇੱਕ ਬੜੀ ਆਮ ਦੇਖਣ ਨੂੰ ਮਿਲਦਾ ਕਿ ਅਸੀਂ ਸੁਣਦੇ ਵੀ ਹਾਂ ਤੇ ਇੱਕ ਧਾਰਨਾ ਵੀ ਲੋਕਾਂ ਦੀ ਕਿ ਔਰਤਾਂ ਨੂੰ ਖਰਚਾ ਲੈਣ ਦਾ ਅਧਿਕਾਰ, ਮੋਸਟਲੀ 99.99% ਲੋਕਾਂ ਦੇ ਜ਼ਿਹਨ ਵਿੱਚ ਇਹ ਗੱਲ ਵਸੀ ਹੋਈ ਹੈ। ਤਾਂ ਇੱਥੇ ਇੱਕ ਸਵਾਲ ਸਾਡਾ ਇਹ ਹੈ ਵਕੀਲ ਸਾਹਿਬ, ਕੀ ਆਦਮੀਆਂ ਨੂੰ ਵੀ ਖਰਚਾ ਲੈਣ ਦਾ ਅਧਿਕਾਰ ਹੈ? ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਮੈਂ ਪਹਿਲਾਂ ਤੁਹਾਨੂੰ ਇਸ ਤੋਂ ਪਹਿਲਾਂ ਇੱਕ ਵਰਡ ਇਹੀ ਦੱਸਿਆ ਨਾ ਵੀ ਹਰ ਬੰਦਾ, ਚਾਹੇ ਜਨਾਨੀ ਚਾਹੇ ਕੋਈ ਵੀ ਆ, ਹਰ ਇਨਸਾਨ ਕਾਨੂੰਨ ਦੀ ਨਿਗਾਹ ਦੇ ਵਿੱਚ ਇੱਕ ਸਮਾਨ ਆ। ਇਹ ਨਹੀਂ ਵੀ ਔਰਤ ਹੀ ਖਰਚਾ ਲੈਣ ਦੀ ਅਧਿਕਾਰ ਆ, ਔਰਤ ਨੂੰ ਹੀ ਖਰਚਾ ਲੈਣ ਦਾ ਅਧਿਕਾਰ ਹੈ, ਇਹ ਨਹੀਂ ਹੈ ਕਿਤੇ ਵੀ। ਆਦਮੀ ਨੂੰ ਵੀ ਅਧਿਕਾਰ ਆ। ਜੇ HMA ਹੀ ਦੇਖਿਆ ਜਾਵੇ, ਹਿੰਦੂ ਮੈਰਿਜ ਐਕਟ ਦੇ ਸੈਕਸ਼ਨ 25 ਦੇ ਅਕੋਰਡਿੰਗ ਜੀ, ਹਿੰਦੂ ਮੈਰਿਜ ਐਕਟ ਦੇ ਸੈਕਸ਼ਨ 25 ਦੇ ਅਕੋਰਡਿੰਗ ਆਦਮੀਆਂ ਨੂੰ ਵੀ ਖਰਚਾ ਲੈਣ ਦਾ ਅਧਿਕਾਰ ਆ। ਆਦਮੀਆਂ ਨੂੰ ਵੀ ਪੀਰੀਅਡਿਕਲੀ ਜਾਂ ਪਰ ਮੰਥ ਦੇ ਅਕੋਰਡਿੰਗ ਖਰਚੇ ਮਿਲਦੇ ਨੇ। ਕਿਹੜੀਆਂ ਪ੍ਰਸਥਿਤੀਆਂ ਦੇ ਵਿੱਚ ਆਦਮੀ ਮਤਲਬ ਐਲੀਜੀਬਲ ਹੁੰਦਾ ਖਰਚਾ ਲੈਣ? ਹਾਂਜੀ, ਦੇਖੋ ਜਿਸ ਤਰ੍ਹਾਂ ਕਿ ਇੱਕ ਆਦਮੀ ਪ੍ਰਾਈਵੇਟ ਜੌਬ ਕਰਦਾ ਤੇ ਉਹਦੀ ਜੌਬ ਛੁੱਟ ਗਈ, ਵਾਈਫ ਉਹਦੀ ਗਵਰਨਮੈਂਟ ਜੌਬ 'ਚ ਹੈ ਜਾਂ ਜੌਬ 'ਚ ਹੈ, ਤਾਂ ਕਹਿਣ ਦਾ ਮਤਲਬ ਅਰਨਿੰਗ ਸੋਰਸ ਵਾਈਫ ਕੋਲੇ ਹੈ ਬਟ ਆਦਮੀ ਕੋਲੇ ਨਹੀਂ ਹੈ, ਤੇ ਉਹ ਕੇਸ ਕਿੱਥੋਂ ਲੜੂਗਾ? ਤਾਂ ਕੋਰਟ ਨੇ ਉਹਨਾਂ ਲਈ ਕਿਹਾ ਹੋਇਆ ਵੀ ਠੀਕ ਹੈ ਜੀ, ਤੁਹਾਡੇ ਕੋਲੇ ਜੇ ਸੋਰਸ ਨਹੀਂ ਹੈ ਤਾਂ ਵਾਈਫ ਜੇ ਉਸ ਤਰ੍ਹਾਂ ਦੀ ਲਾਈਫ ਜੀ ਰਹੀ ਹੈ ਤਾਂ ਤੁਹਾਨੂੰ ਵੀ ਉਹ ਖਰਚਾ ਕੋਰਟ ਸੈਕਸ਼ਨਾਂ ਦੇ ਅਕੋਰਡਿੰਗ ਪ੍ਰੋਵਾਈਡ ਕਰਵਾਉਂਦੀ ਹੈ। ਇੱਕ ਵਕੀਲ ਸਾਹਿਬ ਹੋਰ ਬੜੀ ਜੇ ਕਿ ਔਰਤ ਜਾਂਦੇ ਡੋਮੈਸਟਿਕ ਵਾਇਲੈਂਸ ਦਾ ਇਹੀ ਮੋਸਟਲੀ ਕੇਸ ਲਾਉਂਦੀਆਂ ਹਨਾ, ਤੇ ਫਿਰ ਜੱਜ ਸਾਹਿਬ ਵੱਲੋਂ ਇੱਕ ਰਿਪੋਰਟ ਮੰਗੀ ਜਾਂਦੀ ਹੈ CDPO ਦੀ ਹਨਾ, ਤੇ ਉਹਦਾ ਕੀ ਹੈਗਾ ਪੂਰਾ ਐਕਸਪਲੇਨੇਸ਼ਨ ਕੀ ਹੈ? ਬਿਲਕੁਲ ਜੀ, ਡੋਮੈਸਟਿਕ ਵਾਇਲੈਂਸ ਦੇ ਵਿੱਚ ਹੁਣ ਤਾਂ ਕਾਫੀ ਸੈਕਸ਼ਨ ਦੇ ਵਿੱਚ ਕਾਫੀ ਜੋ ਪ੍ਰੋਸੀਡਿੰਗ ਦਾ ਕਾਫੀ ਸੁਧਾਰ ਹੋ ਰਿਹਾ, ਬਹੁਤ ਜ਼ਿਆਦਾ ਸੁਧਾਰ ਹੋ ਰਿਹਾ। ਕਹਿੰਦਾ ਮਤਲਬ ਇਹ ਹੈ ਵੀ
ਜਿਵੇਂ ਕਿ ਹੁਣ CDPO ਦੀ ਰਿਪੋਰਟ ਵੀ ਮੰਗਣੀ ਸ਼ੁਰੂ ਕਰਤੀ, ਇਨਕਮ ਪ੍ਰੂਫ ਲਈ ਇੱਕ ਲੰਬਾ ਚੌੜਾ ਐਫੀਡੇਵਿਟ ਜੱਸਾ ਮੰਗਣ ਲੱਗ ਗਏ ਨੇ ਦੋਨੇ ਪਾਰਟੀਆਂ। ਹੁਣ ਪਹਿਲਾਂ ਕੀ ਕਹਿੰਦੇ ਸੀ ਜੀ ਉਹ ਇੰਨਾ ਕਮਾਉਂਦਾ ਉਹਨਾਂ ਕਮਾਉਂਦਾ, ਹੁਣ ਤਾਂ ਜੀ ਸੁਪਰੀਮ ਕੋਰਟ ਨੇ ਕਰਤਾ ਵੀ ਤੁਸੀਂ ਆਪਣੀ ਇਨਕਮ ਦਾ ਪੂਰਾ ਪ੍ਰੂਫ ਦੇਣਾ ਐਫੀਡੇਵਿਟ ਦੇ ਥਰੂ। ਹੁਣ ਉੱਥੇ ਬੰਦਾ ਡਰਦਾ ਜੇ ਝੂਠ ਬੋਲੂਗਾ ਤਾਂ ਵੀ ਗਿਆ। ਹੁਣ CDPO ਦੀ ਜਿਹੜੀ ਰਿਪੋਰਟ ਤੁਸੀਂ ਮੈਨੂੰ ਕਹਿ ਰਹੇ ਹੋ, CDPO ਦੀ ਰਿਪੋਰਟ ਕੱਲੀ ਵਾਈਫ ਦੇ ਪੱਖ ਦੀ ਗੱਲ ਨਹੀਂ ਹੈਗੀ, ਉਹ ਇੱਕ ਲੋਕੈਲਿਟੀ ਦੇ ਵਿੱਚ ਜਾ ਕੇ ਜੋ ਵਾਈਫ ਨੇ ਲਿਖਿਆ ਵੀ ਮੇਰੇ ਨਾਲ ਘਰੇਲੂ ਉਤਪੀੜਨ ਫਲਾਂ ਡੇਟ ਨੂੰ ਹੋਇਆ, ਤਾਂ ਉਹ ਉਹਨਾਂ ਦੀ ਰਿਪੋਰਟ ਹੁੰਦੀ ਹੈ ਵੀ ਇਹ ਹੋਇਆ ਕਿ ਨਹੀਂ ਹੋਇਆ। ਜੇ ਨਹੀਂ ਹੋਇਆ ਤਾਂ ਆਦਮੀ ਨੂੰ ਚਾਹੀਦਾ ਵੀ ਆਪਣਾ ਪੂਰਾ ਬਿਆਨ ਨੋਟ ਕਰਾਵੇ, ਲੋਕੈਲਿਟੀ ਦੇ ਵਿੱਚ ਪੂਰੀ ਆਪਣੀ ਐਵੀਡੈਂਸ ਕਰਾਵੇ, ਬਿਆਨ ਦੇਵੇ ਸਾਰੇ। ਤਾਂ ਇਹ ਜੋ ਸੱਚ ਹੋਊਗਾ CDPO ਨੇ ਉਹ ਲਿਖਣਾ, ਇਹ ਨਹੀਂ ਵੀ ਇਕੱਲੀ ਵਾਈਫ ਦੇ ਪੱਖੀ। ਠੀਕ ਹੈ ਜੀ, ਕੋਰਟ ਨੇ ਮੈਂਸ਼ਨ ਕੀਤਾ ਵੀ CDPO ਰਿਪੋਰਟ ਕਾਲ ਕਰ ਲਈ, CDPO ਨੇ ਜੀ ਵਾਈਫ ਦੇ ਹੱਕ 'ਚ ਭੇਜਤੀ, ਫਿਰ ਉਹਦਾ ਫਾਇਦਾ ਹੀ ਕੀ ਹੈ? ਕੋਈ ਫਾਇਦਾ ਨਹੀਂ। ਆਦਮੀ ਨੂੰ ਚਾਹੀਦਾ ਵੀ ਜੇ ਨਹੀਂ ਹੋਇਆ ਜਾਂ ਕੋਈ ਵੀ, ਤਾਂ ਉਹ ਆਦਮੀ ਆਪਣੀ CDPO ਨੂੰ ਆਪਣੀ ਵੀ ਰਿਪੋਰਟ ਜਾ ਕੇ ਦੇਣ, ਆਪਣੇ ਵੀ ਬਿਆਨ ਨੂੰ ਕਰਾਉਣ। ਤੇ ਘਰੇਲੂ ਪੀੜਾ ਦੀ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ, ਫਿਰ ਉਹ ਕੋਰਟ ਵੱਲੋਂ ਕਿਹਨੂੰ ਲਾਈ ਦੀ ਡਿਊਟੀ, ਕੌਣ ਕਰਦਾ ਆਪਣੀ ਇਨਵੈਸਟੀਗੇਸ਼ਨ ਤਾਂ ਦੇਖੋ ਜੀ FIR ਹੋਣ ਤੋਂ ਬਾਅਦ ਤਾਂ IO ਦੀ ਡਿਊਟੀ ਹੁੰਦੀ ਹੈ। ਜੇ ਤਾਂ FIR ਹੋਈ ਆ ਤਾਂ IO ਦੀ ਡਿਊਟੀ ਆ, ਜੇ ਡੋਮੈਸਟਿਕ ਵਾਇਲੈਂਸ ਦੇ ਵਿੱਚ ਕੇਸ ਫਾਈਲ ਹੋਇਆ ਤਾਂ CDPO ਆਫੀਸਰ ਦੀ ਡਿਊਟੀ ਆ ਜੀ। ਤੇ IO ਦੀ ਡਿਊਟੀ ਹੁੰਦੀ ਆ ਵੀ ਉਸ ਚੀਜ਼ ਨੂੰ ਜੋ ਔਰਤ ਨੇ ਲਿਖਾਇਆ ਉਹਦੀ ਜੇ ਮੰਨ ਲਓ FIR ਦਰਜ ਹੋ ਗਈ, ਮੁਕੱਦਮਾ ਦਰਜ ਹੋ ਗਿਆ, ਤਾਂ 161 ਦੇ ਬਿਆਨ ਇਕੱਠੇ ਕਰਨੇ, ਜੋ ਵਿਟਨੈਸ ਨੇ ਉਹਨਾਂ ਨੂੰ ਸ਼ਾਮਲ ਤਫਤੀਸ਼ ਕਰਨਾ, ਸਾਰਿਆਂ ਦੀ ਐਵੀਡੈਂਸ ਲੈਣੀ, ਐਵੀਡੈਂਸ ਲੈ ਕੇ ਚਲਾਨ ਤਿਆਰ ਕਰਨਾ, ਚਲਾਨ ਤਿਆਰ ਕਰਕੇ ਕੋਰਟ 'ਚ ਦੇਣਾ, ਇਹ IO ਦਾ ਕੰਮ ਹੁੰਦਾ ਜੋ ਕੰਸਰਨਡ ਉਸ ਏਰੀਆ ਦਾ IO ਜੀ। ਗੀਤ ਸਾਹਿਬ, ਕਈ ਵਾਰ ਨਿੱਕੀਆਂ ਲੜਾਈਆਂ ਤੇ ਔਰਤਾਂ ਪੇਕੇ ਚਲੇ ਜਾਂਦੀਆਂ ਹਾਂ, ਤੇ ਉਹਦੇ ਵਿੱਚ ਬੱਚੇ ਵੀ ਨਾਲ ਚਲੇ ਜਾਂਦੇ ਆ, ਕਿਉਂਕਿ ਮੋਸਟਲੀ ਅਸੀਂ ਦੇਖਦੇ ਹਾਂ ਕਿ ਆਦਮੀ ਬਾਹਰ ਅੰਦਰ ਕਮਾਈ ਕਰਦਾ ਤੇ ਔਰਤਾਂ ਮੋਸਟਲੀ ਬੱਚਿਆਂ ਨਾਲ ਜ਼ਿਆਦਾ ਅਟੈਚਮੈਂਟ ਹੁੰਦਾ, ਬੱਚੇ ਵੀ ਅਟੈਚਮੈਂਟ ਹੁੰਦੇ ਔਰਤਾਂ ਦੇ ਨਾਲ। ਤਾਂ ਜਦੋਂ ਔਰਤਾਂ ਲੜਕਿਆਂ ਦੇ ਪੇਕੇ ਜਾਂਦੀਆਂ ਜਾਂ ਕਿਸੇ ਦੂਜੀ ਜਗ੍ਹਾ ਜਾਂਦੀਆਂ, ਤਾਂ ਕੀ ਉਦੋਂ ਆਦਮੀ ਨੂੰ ਬੱਚੇ ਲੈਣ ਦਾ ਅਧਿਕਾਰ ਹੈ? ਔਰ ਦੂਸਰੀ ਗੱਲ, ਆਫਟਰ ਡਿਵੋਰਸ ਕਿਹੜੀਆਂ ਪ੍ਰਸਥਿਤੀਆਂ ਦੇ ਵਿੱਚ ਆਦਮੀ ਨੂੰ ਬੱਚੇ ਲੈਣ ਦਾ ਅਧਿਕਾਰ? ਦੇਖੋ ਜੀ, ਜਿਸ ਤਰ੍ਹਾਂ ਬੱਚਿਆਂ ਦੀ ਗੱਲ ਕਰਦੇ ਹੋ, ਬੱਚਿਆਂ ਦੀ ਇੱਕ ਏਜ ਵੀ ਨਿਰਧਾਰਿਤ ਹੈ ਜੀ। ਜਿਵੇਂ ਛੋਟੇ ਬੱਚੇ ਆ ਉਹ ਹੈ ਹੀ ਮਦਰ ਫੀਡ ਤੇ ਨੇ, ਤਾਂ ਕੋਰਟ ਦਾ ਬਿਲਕੁਲ ਵੀ ਨਹੀਂ ਦਊਗੀ ਉਸ ਟਾਈਮ ਤੇ ਆਦਮੀ ਵੱਲੋਂ ਕਸਟਡੀ ਦਾ ਕੇਸ ਲਗਾਉਣਾ ਤਾਂ ਜਾਇਜ਼ ਨਹੀਂ ਮੰਨਿਆ ਜਾ ਸਕਦਾ ਮੇਰੇ ਵੱਲੋਂ, ਕਿਉਂਕਿ ਬੱਚਾ ਛੋਟਾ ਉਹ ਮਦਰ ਫੀਡ ਤੇ ਹੈ। ਤੇ ਕੋਰਟਾਂ ਮੋਸਟ ਪ੍ਰੋਬੇਬਲੀ ਔਰਤ ਦੇ ਹੱਕ 'ਚ ਇਹੀ ਫੈਸਲਾ ਦੇਣਗੀਆਂ ਵੀ ਬੱਚਾ ਛੋਟਾ ਵਾ, ਉਹ ਮਦਰ ਫੀਡ ਤੇ ਚੱਲ ਰਿਹਾ ਤੇ ਉਹ ਮਦਰ ਹੀ ਉਹਦੀ ਕੇਅਰ ਕਰ ਸਕਦੀ ਆ। ਕੁੜੀਆਂ ਦੇ ਸਿਲਸਿਲੇ 'ਚ ਵੀ ਇਹੀ ਹੁੰਦਾ ਵੀ ਇੱਕ ਕੁੜੀ ਦੀ ਬੱਚੀ ਦੀ ਜੋ ਨਿਗਰਾਨੀ ਆ, ਜੋ ਰਹਿਣ ਸਹਿਣ ਆ, ਉਹ ਮਾਂ ਤੋਂ ਬੈਟਰ ਕੋਈ ਨਹੀਂ ਜਾਣਦਾ। ਬਾਕੀ ਰਹੀ ਬੱਚਿਆਂ ਨੂੰ ਲੈਣ, ਤੁਸੀਂ ਤਲਾਕ ਤੋਂ ਬਾਅਦ ਦੀ ਗੱਲ ਕਰ ਰਹੇ ਹੋ ਵੀ ਕੀ ਪਰਿਸਥਿਤੀਆਂ ਨੇ, ਦੇਖੋ ਉੱਥੇ ਵੀ ਦੋ ਤਰ੍ਹਾਂ ਦੀਆਂ ਪਰਿਸਥਿਤੀਆਂ ਨੇ। ਜੇ ਤਾਂ ਤਲਾਕ ਉਹਨਾਂ ਦਾ ਮਿਊਚੁਅਲ ਕੰਸੈਂਟ ਦੇ ਵਿੱਚ ਹੋਇਆ, ਸੈਕਸ਼ਨ 13B ਦੇ ਵਿੱਚ ਹੋਇਆ ਵਾ, ਫਿਰ ਤਾਂ ਉਹਨਾਂ ਦੀ ਆਪਣੀ ਕੰਸੈਂਟ ਸੀ। ਜੇ ਆਦਮੀ ਨੇ ਕਿਹਾ ਮੈਂ ਰੱਖੂੰਗਾ ਤੇ ਔਰਤ ਨੇ ਕਿਹਾ ਤੂੰ ਰੱਖ ਲਾ, ਤਾਂ ਉਹ ਕੰਸੈਂਟ ਉਹਦੇ ਨਾਲ ਜੱਜ ਸਾਹਿਬ ਨੂੰ ਕੋਈ ਮਤਲਬ ਨਹੀਂ, ਉਹ ਮੀਆਂ ਬੀਬੀ ਦੀ ਮਰਜ਼ੀ ਆ। ਜੇ ਔਰਤ ਨੇ ਆਪਣੇ ਆਦਮੀ ਨੂੰ ਬੱਚੇ ਦਿੱਤੇ ਨੇ ਤਾਂ ਆਦਮੀ ਰੱਖੂਗਾ, ਜੇ ਆਦਮੀ ਨੇ ਆਪਣੀ ਔਰਤ ਨੂੰ ਦਿੱਤੇ ਨੇ ਤਾਂ ਉਹ ਰੱਖੂ। ਪਰ ਜੇ ਮੰਨ ਲਓ ਐਕਸ ਪਾਰਟੀ ਡਿਵੋਰਸ ਹੋ ਗਿਆ ਜਾਂ ਸੈਕਸ਼ਨ 13 ਦੇ ਵਿੱਚ ਡਿਵੋਰਸ ਹੋ ਗਿਆ, ਤਾਂ ਕਸਟਡੀ ਆਫ ਚਾਈਲਡ ਦਾ ਇੱਕ ਕੇਸ ਹੁੰਦਾ, ਉਹ ਲਾਇਆ ਜਾ ਸਕਦਾ ਆਦਮੀ ਵੱਲੋਂ ਵੀ ਔਰਤ ਵੱਲੋਂ ਵੀ। ਉਹਦੇ ਵਿੱਚ ਜਿਵੇਂ ਦੀ ਤੁਹਾਡੀ ਐਵੀਡੈਂਸ ਹੋਊਗੀ, ਤੁਹਾਡੇ ਪੱਖ 'ਚ ਕਿੰਨਾ ਕੁ ਤੁਸੀਂ ਉਹਦੀ ਦੇਖ ਰੇਖ ਕਰ ਸਕਦੇ ਹੋ, ਬੱਚੇ ਨੂੰ ਪੜ੍ਹਾ ਲਿਖਾ ਕਿੰਨਾ ਕੁ ਸਕਦੇ ਹੋ, ਕਿੰਨੀ ਕੁ ਤੁਹਾਡੀ ਹੈਲਥ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਜੀ ਮੈਂ ਜੀ ਪੈਸੇ ਦੇਣ ਦੇ ਕਾਬਿਲ ਹੀ ਨਹੀਂ ਔਰਤ ਨੂੰ ਮੇਨਟੇਨੈਂਸ ਦੇਣ ਦੇ ਕਾਬਿਲ। ਕਿੱਥੇ ਫਸਦੇ ਆ ਬੰਦੇ? ਇੱਕ ਪਾਸੇ ਕੇਸ ਲਗਾ ਦਿੰਦੇ ਆ ਕਸਟਡੀ ਦਾ, ਇੱਕ ਪਾਸੇ ਔਰਤ ਨੇ ਖਰਚੇ ਦਾ ਕੇਸ ਲਗਾਇਆ ਹੁੰਦਾ, ਉੱਥੇ ਆਪਾਂ ਕਹਿ ਦਿੰਦੇ ਆ ਜੀ ਮੇਰੇ ਕੋਲ ਤਾਂ ਜੀ ਕੁਝ ਵੀ ਨਹੀਂ ਹੈ। ਫਿਰ ਕਸਟਡੀ 'ਚ ਆਪਾਂ ਜਾਂਦੇ ਆ ਜੀ ਮੈਂ ਇਹਨੂੰ ਪਾਲ ਸਕਦਾ ਜੀ, ਮੈਂ ਇਹਨੂੰ ਵਧਾ ਸਕਦਾ ਜੀ, ਉੱਥੇ ਫਿਰ ਤੁਹਾਡੀ ਜਾਂ ਤਾਂ ਫਿਰ ਖਰਚੇ ਵਾਲੇ ਕੇਸ 'ਚ ਵੀ ਤੁਸੀਂ ਖਰਚਾ ਦਿੰਦੇ ਰਹੋ, ਬਿਲਕੁਲ ਕੁਝ ਸੁਣੇ, ਤੇ ਇੱਧਰ ਕਸਟਡੀ ਵਾਲੇ ਕੇਸ ਦੇ ਵਿੱਚ ਕਸਟਡੀ ਥੋਪ ਕੇ ਲਾਓ। ਕਸਟਡੀ ਤੁਹਾਨੂੰ ਮਿਲੂਗੀ ਤਾਂ ਹੀ ਤੁਸੀਂ ਕਹੋਗੇ ਨਾ ਵੀ ਮੈਂ ਇਹਨੂੰ ਵਧੀਆ ਪਾਲ ਸਕਦਾ, ਪੋਸ ਸਕਦਾ। ਨਹੀਂ ਤਾਂ ਖਰਚੇ ਵਾਲੇ ਦੇ ਵਿੱਚ ਤਾਂ ਫਿਰ ਜੋ ਇੱਕ ਹੈ ਵੀ ਖਰਚਾ ਤੁਸੀਂ ਨਹੀਂ ਦਿਓਗੇ, ਤਾਂ ਉਹਦੇ 'ਚ ਵੀ ਸਿਵਲ ਇੰਪ੍ਰੀਜ਼ਨਮੈਂਟ ਦਾ ਪ੍ਰੋਵੀਜ਼ਨ ਹੈ ਵੀ ਸਿਵਲ ਇੰਪ੍ਰੀਜ਼ਨਮੈਂਟ ਜਵਾਬ ਹੁੰਦਾ ਹੈ ਜੀ। ਵੀਰ ਸਾਹਿਬ, ਇੱਕ ਹੋਰ ਬੜਾ ਆਮ ਸਵਾਲ ਹਰ ਇੱਕ ਦੇ ਜੀਵਨ ਦੇ ਵਿੱਚ ਹੁੰਦਾ ਕਿ ਜਦੋਂ ਵਿਆਹੁਤਾ ਜੀਵਨ ਹੈ, ਤੇ ਵਿਆਹੁਤਾ ਜੀਵਨ 'ਚ ਇੱਕ ਔਰਤ ਜਾਂ ਮਰਦ ਦੂਸਰਾ ਵਿਆਹ ਕਰਦਾ ਤੇ ਉਹਦੇ ਲਈ ਕੀ ਕਰਨਾ? ਦੇਖੋ ਜੀ, ਮੈਰਿਜ ਅਗੇਨ ਡਿਊਰਿੰਗ ਮੈਰਿਜ ਲਾਈਫ, ਉਹਦੇ 'ਚ ਤਾਂ ਕਲੀਅਰਲੀ 494 IPC ਦੇ ਵਿੱਚ 7 ਸਾਲ ਦੀ ਸਜ਼ਾ ਵਾ, ਚਾਹੇ ਔਰਤ ਹੋਵੇ ਚਾਹੇ ਆਦਮੀ ਹੋਵੇ। ਜੇ ਤਾਂ ਸ਼ਾਦੀशुदा ਹੁੰਦੇ ਹੋਏ ਦੂਸਰੀ ਮੈਰਿਜ ਕਰਦੇ ਨੇ ਤਾਂ 494 ਦੇ ਅਧੀਨ ਉਹਨਾਂ ਨੂੰ 7 ਸਾਲ ਦੀ ਸਜ਼ਾ ਹੈ ਤੇ 494 IPC ਦੇ ਅਧੀਨ ਉਹਦੇ ਖਿਲਾਫ FIR ਦਰਜ ਹੋਊਗੀ। ਉਹ ਸਿਰਫ ਵਿਆਹ ਕਰਵਾਉਣ ਵਾਲੇ ਨੂੰ ਸਜ਼ਾ ਹੈ ਜਾਂ ਉਹਦੇ ਪਾਰਟਨਰ ਨੂੰ, ਜਿਹੜਾ ਨਵਾਂ ਪਾਰਟਨਰ ਬਣਿਆ ਸੈਕੰਡ, ਉਹਨੂੰ ਵੀ?
ਜਿਹੜਾ ਵਿਆਹ ਕਰਵਾਉਣ, ਦੇਖੋ ਜੀ ਮੈਰਿਜ ਅਗੇਨ ਡਿਊਰਿੰਗ ਮੈਰਿਜ ਲਾਈਫ, ਜਿਹਦੀ ਹੁਣ ਉਹ ਕੁਵਾਰੀ ਆ ਕਿ ਵਿਆਹੀ ਆ, ਤਾਂ ਉਹ ਉਸ ਟਾਈਪ ਤੇ ਡਿਪੈਂਡ ਕਰੂਗਾ ਵੀ ਉਹਦਾ ਕੀ ਕਾਨੂੰਨ ਕਹਿੰਦਾ ਵਾ। ਪਰ ਇੱਧਰ ਕਾਨੂੰਨ 494 ਦਾ ਇਸ ਬੰਦੇ ਦੇ ਖਿਲਾਫ ਕਹਿੰਦਾ ਵਾ। ਹਾਂਜੀ। ਤੇ ਇੱਕ ਹੋਰ ਵੀ ਪ੍ਰਚਲਿਤ ਚੱਲ ਰਿਹਾ ਸੋਸ਼ਲ ਸਾਈਟ ਉੱਤੇ ਵੀ ਪਿਛਲੇ ਸਮੇਂ 'ਚ ਕਾਫੀ ਜ਼ਿਆਦਾ ਇਸ ਚੀਜ਼ ਤੇ ਡਿਬੇਟ ਹੋਈ, ਗੋਸ਼ਟੀਆਂ ਹੋਈਆਂ, ਵਿਚਾਰ ਚਰਚਾ ਹੋਈ ਕਿ ਵਿਆਹੁਤਾ ਜੀਵਨ ਵਿੱਚ ਇੱਕ ਆਦਮੀ ਜਾਂ ਔਰਤ ਇੱਕ ਪਾਰਟਨਰ ਲਿਵਿੰਗ 'ਚ ਰਹਿ ਸਕਦਾ। ਹਾਂਜੀ। ਔਰ ਉਹਦੇ ਲਈ ਕੋਰਟ ਕੋਈ ਮਤਲਬ ਤੁਹਾਨੂੰ ਨਹੀਂ ਕਹਿੰਦੀ ਕਿ ਰਹੋ ਜਾਂ ਨਾ ਰਹੋ। ਉਹ ਅਸਲ 'ਚ ਕੀ ਹੈਗਾ, ਐਕਚੁਅਲ ਦੇ ਵਿੱਚ ਕੀ ਕਰਨਾ? ਦੇਖੋ ਜੀ ਲਿਵ ਇਨ ਰਿਲੇਸ਼ਨ ਦੇ ਵਿੱਚ ਰਹਿਣਾ ਲੀਗਲ ਕੋਰਟ ਨੇ ਕੀਤਾ ਜੀ। ਉਹ ਕਾਰਨ ਇਹ ਆ ਵੀ ਕਈ ਵਾਰੀ ਆਪਾਂ ਇੱਕ ਜਗ੍ਹਾ ਦੇ ਆ, ਜਾਂ ਆਪਾਂ ਨੌਨ ਆ, ਜਾਂ ਆਪਾਂ ਬਚਪਨ 'ਚ ਪੜ੍ਹੇ ਆ। ਮੰਨ ਲਓ ਮੈਂ ਆਪਣੀ ਐਗਜ਼ਾਮਪਲ ਦੇ ਰਿਹਾ, ਮੈਂ ਕਿਸੇ ਦੀ ਨਹੀਂ ਦੇ ਰਿਹਾ। ਮਤਲਬ ਵੀ ਮੇਰਾ ਕਹਿਣ ਦਾ ਮਕਸਦ ਇਹ ਆ ਵੀ ਜੋ ਮੈਂ ਜਾਣਦਾ, ਮੈਂ ਆਪਣੀ ਕਾਨੂੰਨੀ ਐਗਜ਼ਾਮਪਲ ਦੇ ਰਿਹਾ ਵੀ ਕੋਈ ਆਦਮੀ ਜਾਂ ਔਰਤ ਕਿਤੇ ਲਿਵ ਇਨ 'ਚ ਰਹਿ ਰਹੇ ਨੇ, ਉਹ ਪਹਿਲਾਂ ਤੋਂ ਵਾਕਫ ਸੀ। ਉਹ ਕਿਤੇ ਕਲਕੱਤੇ ਚਲੇ ਗਏ, ਉੱਥੇ ਵੀ ਉਹਨਾਂ ਦੀ ਜੌਬ ਵੀ ਅਲੱਗ-ਅਲੱਗ ਫੈਕਟਰੀ 'ਚ ਆ, ਬਟ ਏਰੀਆ ਇੱਕ ਆ, ਉੱਥੇ ਰਹਿ ਸਕਦੇ ਨੇ, ਉਹ ਇੱਕ ਸ਼ੇਅਰ ਕਰ ਸਕਦੇ ਆ ਰੂਮ ਜੀ। ਤਾਂ ਉਹਦੇ 'ਚ ਕੋਈ ਕ੍ਰਾਈਮ ਨਹੀਂ, ਕੋਰਟ ਆਪਣੀ ਮੰਨ ਰਹੀ ਹੈ, ਤਾਂ ਲਿਵ ਇਨ 'ਚ ਰਹਿ ਸਕਦੇ ਆ। ਲਿਵਿੰਗ 'ਚ ਰਹਿ ਸਕਦੇ। ਹਾਂਜੀ। ਤੇ ਜਾਣਿਆ ਵਕੀਲ ਸਾਹਿਬ, ਮੈਂ ਚਾਹੂੰਗਾ ਕਿ ਐਜ਼ ਏ ਐਡਵੋਕੇਟ ਆਦਮੀਆਂ ਨੂੰ ਤੇ ਔਰਤਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਸਾਨੂੰ ਇਸ ਮਾਧਿਅਮ ਦੇ ਰਾਹੀਂ ਕਿ ਰਿਸ਼ਤੇ ਸਮੂਥ ਰਹਿਣ? ਤੁਹਾਡੀ ਕਾਨੂੰਨ ਪੱਖ ਕੀ ਸਲਾਹ ਹੈ? ਦੇਖੋ ਆਪ ਜੀ ਦੇ ਚੈਨਲ ਰਾਹੀਂ ਮੇਰੀ ਦਰਸ਼ਕਾਂ ਨੂੰ ਤਾਂ ਇਹੀ ਸਲਾਹ ਵਾ ਵੀ ਜਿਹੜਾ ਇਹ ਵਿਆਹ ਦਾ ਜਿਹੜਾ ਸੰਬੰਧ ਹੁੰਦਾ, ਇਹ ਆਪਣੇ ਭਾਰਤ ਵਾਲੇ ਲੋਕਾਂ ਦੇ ਲਈ ਤਾਂ ਜ਼ਿੰਦਗੀ 'ਚ ਇੱਕ ਵਾਰੀ ਹੁੰਦਾ, ਜਿਹੜਾ ਕਿ ਬੜਾ ਹੀ ਮਧੁਰ ਸੰਬੰਧ ਆ, ਜਿਹਨੂੰ ਕਿ ਬੜਾ ਹੀ ਪਿਆਰਾ ਰਿਸ਼ਤਾ ਕਿਹਾ ਜਾਂਦਾ। ਇਹਨੂੰ ਬੜਾ ਸੰਜੋਗ ਕੇ ਰੱਖਣਾ ਚਾਹੀਦਾ। ਇਹਦੇ ਵਿੱਚ ਜੇ ਮੈਂ ਕੁਲਦੀਪ ਜੀ ਗੱਲ ਕਰਾਂ ਨਾ, ਤਾਂ ਆਦਮੀ ਨੂੰ ਵੀ ਜੇ ਪੇਸ਼ੈਂਸ ਰੱਖਣੀ ਚਾਹੀਦੀ ਹੈ, ਤਾਂ ਔਰਤ ਨੂੰ ਵੀ ਪੇਸ਼ੈਂਸ ਰੱਖਣੀ ਚਾਹੀਦੀ ਹੈ। ਪੇਸ਼ੈਂਸ ਰੱਖਣ ਨਾਲ ਮੈਨੂੰ ਹੁਣ ਇਹ ਨਹੀਂ ਵੀ ਦਰਸ਼ਕ ਮੈਨੂੰ ਇਹ ਕਹਿਣ ਵੀ ਔਰਤ ਮਾਰ ਖਾਈ ਜਾਵੇ, ਨਹੀਂ, ਮਾਰ ਖਾਣ ਦੀ ਨਹੀਂ ਮੈਂ ਗੱਲ ਕਰ ਰਿਹਾ। ਤੁਸੀਂ ਦੋਨੇ ਆਪਸ ਦੇ ਵਿੱਚ ਪਿਆਰ ਨਾਲ ਰਹੋ, ਇੱਕ ਦੂਜੇ ਨੂੰ ਸਮਝੋ। ਜਦ ਤੱਕ ਤੁਸੀਂ ਇੱਕ ਦੂਜੇ ਨੂੰ ਸਮਝੋਗੇ ਨਹੀਂ ਤਾਂ ਮਧੁਰ ਸੰਬੰਧ ਨਹੀਂ ਬਣਨਗੇ। ਦੇਖੋ ਲੜਾਈਆਂ ਜੇ ਆਪਾਂ ਛੋਟੀ ਮੋਟੀ ਨੋਕ ਝੋਕ ਹੁੰਦੀ ਆ ਨਾ, ਉਹਨੂੰ ਆਪਾਂ ਜ਼ਿਆਦਾ ਫੈਲਾਈਏ ਨਾ। ਫੈਲਾਉਣ ਦਾ ਮਤਲਬ ਵੀ ਪੇਕੇ ਕਰਨਾ ਦੱਸੀਏ, ਜਾਂ ਆਦਮੀ ਆਪਣੇ ਮਾਂ-ਬਾਪ ਨੂੰ ਛੋਟੀ ਛੋਟੀ ਗੱਲ ਆਪਣੀ, ਆਦਮੀ ਵੀ ਆਪਣੇ ਮਾਂ-ਬਾਪ ਨੂੰ ਨਾ ਕਵੇ, ਆਪਣੀ ਮਾਂ ਨੂੰ ਨਾ ਕਵੇ ਵੀ ਮੇਰੀ ਘਰ ਵਾਲੀ ਨੇ ਆਹ ਦੇਖ ਲਓ ਜੀ ਆਹ ਕੀਤਾ, ਤੇ ਜਿਹੜੀ ਔਰਤ ਆ ਉਹਦੀ ਸੱਸ ਵੀ ਉਹਦੇ ਸਿਰ ਤੇ ਚੜੇ। ਨਹੀਂ, ਸਭ ਨੂੰ ਇੱਕ ਦੂਜੇ ਨੂੰ ਦੇਖੋ, ਜਿਹੜਾ ਪਿਆਰ ਦਾ ਬੰਧਨ ਨਾ ਉਹ ਮੀਆਂ ਬੀਬੀ ਦਾ ਵਾ, ਨਾ ਕਿ ਮਾਂ-ਬਾਪ ਦਾ, ਨਾ ਕਿ ਸੱਸ ਸਹੁਰੇ ਦਾ। ਇਹ ਦੋਨਾਂ ਨੂੰ ਆਪਸ 'ਚ ਲੈ ਕੇ ਚੱਲਣਾ ਚਾਹੀਦਾ। ਜੇ ਕਿਤੇ ਮਿੱਠਾ ਖਾਦਾ ਤਾਂ ਖੱਟਾ ਵੀ ਖਾ ਲੈਣਾ ਚਾਹੀਦਾ। ਠੀਕ ਹੈ ਜੀ, ਬਿਲਕੁਲ। ਤੇ ਬਹੁਤ ਬਹੁਤ ਸ਼ੁਕਰੀਆ ਅਮਰਜੀਤ, ਤੁਸੀਂ ਸਾਡੇ ਨਾਲ ਕਾਨੂੰਨੀ ਪੱਖ ਤੋਂ ਵਿਆਹ ਜੀਵਨ ਬਾਰੇ, ਵਿਵਾਹਿਕ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ, ਉਹਦੇ ਸੁਝਾਅ ਵੀ ਦਿੱਤੇ, ਸਲਾਹ ਵੀ ਦਿੱਤੀ। ਸਾਡੇ ਸਟੂਡੀਓ ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਦੋਸਤੋ, ਸਾਡੇ ਸਟੂਡੀਓ 'ਚ ਅੱਜ ਦੇ ਮੁੱਖ ਮਹਿਮਾਨ ਸੀ ਅਮਿਤ ਰਾਏ ਜੀ, ਜ਼ਿਲ੍ਹਾ ਕਚਹਿਰੀ ਲੁਧਿਆਣਾ ਦੇ ਐਡਵੋਕੇਟ, ਜਿਨ੍ਹਾਂ ਨਾਲ ਗੱਲਬਾਤ ਹੋ ਰਹੀ ਸੀ ਵਿਵਾਹਿਕ ਮਸਲਿਆਂ ਉੱਪਰ ਕਾਨੂੰਨੀ ਮਸ਼ਵਰੇ ਬਾਰੇ। ਤੇ ਮੈਂ ਆਸ ਕਰਦਾ ਅੱਜ ਦੀ ਇਹ ਇੰਟਰਵਿਊ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ, ਤੇ ਨਾਲ ਨਾਲ ਅਸੀਂ ਗੁਜ਼ਾਰਿਸ਼ ਕਰਾਂਗੇ, ਤੁਹਾਨੂੰ ਇੱਕ ਸਲਾਹ ਦੇਵਾਂਗੇ ਕਿ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵਧਾਉਣਾ ਨਹੀਂ ਚਾਹੀਦਾ, ਨਿੱਕੀ ਨਿੱਕੀ ਨੋਕ ਝੋਕ ਨੂੰ ਪਿਆਰ ਦੇ ਵਿੱਚ ਲੈਣਾ ਚਾਹੀਦਾ। ਇਹਦੇ ਨਾਲ ਰਿਸ਼ਤੇ ਹੋਰ ਪੀੜੇ ਹੁੰਦੇ ਆ, ਹੋਰ ਤੰਦਰੀਆਂ ਰਿਸ਼ਤਿਆਂ ਨਾਲ ਮਜ਼ਬੂਤ ਹੁੰਦੀਆਂ ਨੇ। ਇਸੇ ਤਰ੍ਹਾਂ ਸਾਡੇ ਚੈਨਲ TNTV ਚੈਨਲ ਨਾਲ ਜੁੜੇ ਰਹਿਣਾ, ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖਣ ਲਈ ਸਾਡੇ ਚੈਨਲ ਨੂੰ ਜਿਨ੍ਹਾਂ ਦੋਸਤਾਂ ਨੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਨਾ। ਮੈਨੂੰ ਦਿਓ ਇਜਾਜ਼ਤ, ਤੁਹਾਡਾ ਆਪਣਾ ਦੋਸਤ ਕੁਲਦੀਪ ਚਰਾਗ। ਸਤਿ ਸ਼੍ਰੀ ਅਕਾਲ, ਆਦਾਬ।